साहिब जीओ। हम मैले तुम ऊजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, हम सर दीन दयाल न तुम सर। अब पतियार क्या कीजै, बचनी तोर मोर मन मानै। जन को पूरन दीजै, हऊँ बल बल जाऊं रमैया कारणे। कारण कवन अबोल, बहुत जन्म बिछुरे थे माधो। एहो जन्म तुम्हारे लिखे, कह रविदास आस लग जीवों। चिर भयो दर्शन देखे, सतनाम वाहिगुरु साहिब जीओ। कानड़ा महला पंजवा। रंगा रंग रंगन के रंगा, कीट हस्त पूरन सब संगा। रंगा रंग रंगन के रंगा, कीट हस्त पूरन सब संगा। रहाऊ बरत नेम तीरथ सहत गंगा। जल हेवत भूख अर नंगा। पूजा चार करत मेलंगा। चक्र कर्म तिलक खाटंगा। दर्शन भेटे बिन सत संगा। हठ निग्रह अत रहत बिटंगा। हों रोग व्यापै चुकै ना भंगा। काम क्रोध अत तृष्ण जरंगा। सो मुक्त नानक जिस सतगुर चंगा। काम क्रोध अत तृष्ण जरंगा। सो मुक्त नानक जिस सतगुर चंगा। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਧੰਨਤਾ ਯੋਗ ਹੋ, ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਸੋ ਦਰ ਰਹਿ ਰਾਸ ਸਾਹਿਬ ਬਾਣੀ ਦੇ ਪਾਠ ਗੁਰਬਾਣੀ ਕੀਰਤਨ ਆਪ ਜੀ ਨੇ ਸੰਗਤ ਵਿੱਚ ਜੁੜ ਬੈਠ ਕੇ ਸਰਵਨ ਕੀਤੇ ਹਨ। ਆਓ ਪਿਆਰ ਸਹਿਤ ਜੋ ਹਰ ਰੋਜ਼ ਆਪਾਂ ਸ਼ਾਮਾਂ ਦੇ ਦੀਵਾਨਾਂ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ, ਉਸੇ ਲੜੀ ਤਹਿਤ ਇਹ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ। ਕਾਨੜਾ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿਨ ਤੋਂ ਇਹ ਅੰਮ੍ਰਿਤ ਸ਼ਬਦ ਉਚਾਰਨ ਕੀਤੇ ਗਏ ਹਨ। ਸਤਿਗੁਰੂ ਦਾਤਾਰ ਪਿਤਾ ਮਹਾਰਾਜ ਜੀ ਨੇ ਇਸ ਸ਼ਬਦ ਦੇ ਮੂਲ ਭਾਵ ਵਿੱਚ ਇਹੀ ਕਿਰਪਾ ਮਿਹਰਾਮਤ ਕੀਤੀ ਹੈ ਕਿ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਤੋਂ ਬਿਨਾਂ ਕੇਵਲ ਆਪਣੀ ਹਉਮੈ ਦੀ ਪੂਰਤੀ ਲਈ ਕੀਤੇ ਗਏ ਜਿਤਨੇ ਵੀ ਧਾਰਮਿਕ ਕਰਮ ਹਨ, ਉਹ ਭਾਵੇਂ ਕਿਤਨੇ ਵੀ ਤਕਲੀਫ ਦੇ ਹੋਣ, ਕਿਤਨੇ ਵੀ ਹੱਟ ਵਾਲੇ ਹੋਣ, ਪਰ ਕਿਸੇ ਵੀ ਕਾਰਜ ਦੇ ਨਾਲ, ਕਿਸੇ ਵੀ ਕਰਮ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਜਿਤਨਾ ਚਿਰ ਸ੍ਰੇਸ਼ਟ ਸਤਿਗੁਰੂ ਚੰਗੇ ਮੁਰਸ਼ਿਦ ਤੋਂ ਬਿਨਾਂ ਜੀਵ ਆਪਣੇ ਹਉ ਨੂੰ ਮਾਰ ਨਹੀਂ ਲੈਂਦਾ, ਉਨਾ ਚਿਰ ਉਹ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਨਹੀਂ ਜਾ ਸਕਦਾ। ਉਤਨਾ ਸਮਾਂ ਉਹਦੇ ਦੀਦਾਰ ਤੋਂ, ਉਹਦੀ ਪ੍ਰਾਪਤੀ ਤੋਂ ਇਹ ਅਧੂਰਾ ਹੀ ਰਹਿੰਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰਨ ਤੌਰ ਤੇ ਇਹ ਪਾਵਨ ਸ਼ਬਦਾਂ ਅੰਦਰ ਕੀ ਰਹਿਮਤ ਕਿਰਪਾਲਤਾ ਕਰਦੇ ਹਨ। ਗੁਰੂ ਕਿਰਪਾ ਸਦਕਾ ਆਪਾਂ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਸਹਿਤ ਮਨ ਬਿਰਤੀਆਂ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਦਾਤਾਰ ਜੀ ਦਾ ਅੰਮ੍ਰਿਤ ਸ਼ਬਦ ਹੈ। ਕਾਨੜਾ ਰਾਗ ਅੰਦਰ ਰੰਗਾ ਰੰਗ ਰੰਗਣ ਕੇ ਰੰਗਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾਤਾਰ ਜੀ ਕਿਰਪਾ ਕਰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਜੋ ਪਰਮੇਸ਼ਵਰ ਹੈ, ਜੋ ਭਾਂਤ ਭਾਂਤ ਦੇ ਰੰਗਾਂ ਵਿੱਚ ਆਪਣੇ ਆਪ ਨੂੰ ਉਸ ਪੁਰਖ ਨੇ ਦਾਤਾਰ ਪਿਤਾ ਮਹਾਰਾਜ ਨੇ ਸਮੋਇਆ ਹੋਇਆ। ਹਰ ਰੰਗ ਵਿੱਚ ਉਹੀ ਹੈ। ਰੰਗ ਦਾ ਭਾਵ ਕੇਵਲ ਜਿਹੜੇ ਰੰਗ ਸਾਨੂੰ ਹਰੇ ਕਾਲੇ ਪੀਲੇ ਦਿਸਦੇ ਨੇ, ਇਹਨਾਂ ਰੰਗਾਂ ਦਾ ਭਾਵ ਨਹੀਂ। ਰੰਗਾਂ ਤੋਂ ਭਾਵ ਇਹ ਹੈ ਕਿ ਸੰਸਾਰ ਅੰਦਰ ਵਿਚਰਦਿਆਂ ਹੋਇਆਂ ਜਿਤਨੇ ਵੀ ਉਤਾਰ ਚੜਾਵ ਆਉਂਦੇ ਨੇ ਉਹ ਸਾਰੇ ਰੰਗ ਹੀ ਹਨ। ਦੁੱਖ ਵੀ ਇੱਕ ਰੰਗ ਹੈ, ਸੁੱਖ ਵੀ ਇੱਕ ਰੰਗ ਹੈ, ਉਸਤਤ ਵੀ ਇੱਕ ਰੰਗ ਹੈ, ਨਿੰਦਿਆ ਵੀ ਇੱਕ ਰੰਗ ਹੈ, ਮਾਣ ਤੇ ਅਪਮਾਨ ਵੀ ਰੰਗ ਹੈ। ਭਾਵ ਜੋ ਕੁਝ ਹੈ ਉਹ ਸਾਰੇ ਦੇ ਅੰਦਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਮੌਜ ਹੈ। ਰੰਗ ਦਾ ਅਰਥ ਇੱਥੇ ਆਪਾਂ ਮੌਜ ਵੀ ਕਰ ਸਕਦੇ ਹਾਂ, ਖੁਸ਼ੀ ਵੀ ਕਰ ਸਕਦੇ ਹਾਂ ਕਿ ਸੰਸਾਰ ਦੇ ਅੰਦਰ ਹਰ ਤਰ੍ਹਾਂ ਦੀ ਜੋ ਵੀ ਕਾਰਵਾਈ ਵਾਪਰਦੀ ਹੈ ਨਾ, ਉਹ ਸਾਰੇ ਦੇ ਅੰਦਰ ਪਰਿਪੂਰਨ ਪਰਮਾਤਮਾ ਦੀ ਆਪਣੀ ਰਹਿਮਤ ਹੈ, ਆਪਣੀ ਕਿਰਪਾ ਹੈ, ਆਪਣੀ ਮੌਜ ਹੈ। ਉਹ ਜਿਵੇਂ ਚਾਹੇ ਇਸ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਜੀਵਾਂ ਨੂੰ ਸੁੱਖ ਦੁੱਖ ਦਿੰਦਾ ਹੈ। ਕਿਸੇ ਨੂੰ ਰਾਜਾ ਬਣਾਇਆ ਹੈ, ਕਿਸੇ ਨੂੰ ਭਿਖਾਰੀ ਬਣਾਇਆ ਹੈ, ਪਰ ਉਹਨਾਂ ਸਾਰਿਆਂ ਦੇ ਪਿੱਛੇ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਰੰਗਾਂ ਵਿੱਚ ਖੇਡ ਰਿਹਾ ਹੈ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਚੋਜ ਦਾ ਅਰਥ ਰੰਗ, ਇੱਕ ਦਾ ਅਰਥ ਇੱਥੇ ਬਹੁਤੇ ਹੈ। ਬਾਣੀ ਵਿੱਚ ਜਦੋਂ ਆਪਾਂ ਦਰਸ਼ਨ ਕਰਦੇ ਆ ਨਾ, ਇੱਕ ਦਾ ਅਰਥ ਇੱਕ ਨਹੀਂ, ਇੱਥੇ ਕੱਕੇ ਨੂੰ ਸਿਹਾਰੀ ਲੱਗੀ ਹੈ, ਭਾਵ ਹੈ ਬਹੁਤਿਆਂ ਦੀ ਗੱਲ ਕੀਤੀ ਗਈ। ਇੱਕ ਦਾਤੇ, ਬਹੁਤ ਜ਼ਿਆਦਾ ਸੰਸਾਰ ਅੰਦਰ ਪਰਮਾਤਮਾ ਨੇ ਦਾਤੇ ਬਣਾਏ ਨੇ ਜਿਹੜੇ ਦਾਤਾਂ ਵੰਡੀ ਜਾ ਰਹੇ ਨੇ।
ਕੁਝ ਮੰਗਤੇ ਬਣਾਏ ਨੇ, ਭਿਖਾਰੀ ਬਣਾਏ ਨੇ ਜਿਹੜੇ ਲਈ ਜਾਂਦੇ ਨੇ। ਪਰ ਜੇ ਕੋਈ ਕਹੇ ਆ ਸਾਡੀ ਮੱਤ ਕਹਿੰਦੀ ਹੈ ਵੀ ਇਹਦੇ ਕਰਮ ਐਸੇ ਨੇ, ਦੂਸਰਾ ਕਹਿੰਦਾ ਇਹਦੇ ਕਰਮ ਐਸੇ ਨੇ, ਪਰ ਸਤਿਗੁਰੂ ਜੀ ਕਹਿੰਦੇ ਹਕੀਕਤ ਵਿੱਚ ਸਭ ਤੇਰੇ ਚੋਜ ਵਿਡਾਣਾ। ਹੇ ਵਾਹਿਗੁਰੂ, ਇਹ ਸਾਰਾ ਕੁਝ ਤੇਰੀ ਆਪਣੀ ਮੌਜ ਵਿੱਚ ਹੋ ਰਿਹਾ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿੰਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਕਈ ਵਾਰੀ ਅਸੀਂ ਸੋਚਦੇ ਹਾਂ ਵੀ ਜਿਨ੍ਹਾਂ ਦੇ ਪਾਸ ਸੰਸਾਰੀ ਤੌਰ ਤੇ ਬਹੁਤ ਕੁਝ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੋਪਾਲ ਪਾਂਧੇ ਨੇ ਇਹ ਬਚਨ ਪੁੱਛੇ ਸਨ ਜਦੋਂ ਸਤਿਗੁਰੂ ਦਤਾਰ ਪਿਤਾ ਮਹਾਰਾਜ ਉਹਦੇ ਕੋਲੋਂ ਹਿੰਦੀ ਬ੍ਰਿਜ ਭਾਸ਼ਾ ਸੰਸਕ੍ਰਿਤੀ ਪੜ੍ਹਦੇ ਸਨ ਨਾ ਗੋਪਾਲ ਪਾਂਧੇ ਕੋਲੋਂ, ਤੇ ਉਸਨੇ ਸਵਾਲ ਕੀਤੇ ਸਨ ਵੀ ਦਾਤਾ ਜੀ ਤੁਸੀਂ, ਨਾਨਕ ਜੀ ਤੁਸੀਂ ਆਖਦੇ ਹੋ ਵੀ ਇਹ ਪਰਮਾਤਮਾ ਦਾ ਨਾਮ ਜਪੋ, ਵਿਸ਼ੇ ਵਿਕਾਰਾਂ ਨੂੰ ਤਿਆਗੋ, ਪਰ ਜਗਤ ਅੰਦਰ ਦੇਖਦੇ ਆ ਵੱਡੇ ਵੱਡੇ ਰਾਜੇ, ਸੁਲਤਾਨ, ਖਾਨ, ਇਹ ਸਾਰੇ ਹੀ ਵਿਸ਼ੇ ਵਿਕਾਰਾਂ ਵਿੱਚ, ਪਦਾਰਥਾਂ ਵਿੱਚ ਗ੍ਰਸਤ ਨੇ, ਤੇ ਕੀ ਬਣੇਗਾ ਇਹਨਾਂ ਨੂੰ ਤੇ ਰੱਬ ਨਾਮ ਯਾਦ ਵੀ ਨਹੀਂ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵਕਤ ਕਿਹਾ ਸੀ, ਪਾਂਧਾ ਜੀ ਭਾਵੇਂ ਕੋਈ ਸੁਲਤਾਨ ਹੈ, ਭਾਵੇਂ ਕੋਈ ਖਾਨ ਹੈ, ਭਾਵੇਂ ਕੋਈ ਉਮਰਾਵ ਹੈ, ਭਾਵੇਂ ਕੋਈ ਚੌਧਰੀ ਸਿਕਦਾਰ ਹੈ, ਤੇ ਭਾਵੇਂ ਕੋਈ ਆਮ ਇਨਸਾਨ ਹੈ, ਨਾਮ ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਖੇ ਸਭ ਨੇ ਹੋ ਜਾਣਾ। ਪਰ ਯਾਦ ਰੱਖਿਆ ਜੇ ਅੱਗੇ ਉਸੇ ਨੂੰ ਹੀ ਢੋਈ ਮਿਲੇਗੀ, ਅੱਗੇ ਉਸੇ ਦੀ ਹੀ ਕਦਰ ਪਏਗੀ ਜਿਸ ਨੇ ਇਸ ਜਗਤ ਸੰਸਾਰ ਵਿੱਚ ਰਹਿ ਕਰਕੇ ਉਸ ਪਰਮਾਤਮਾ ਨੂੰ ਅਰਾਧਿਆ। ਇੱਥੋਂ ਦੇ ਉਤਾਰ ਚੜਾਅ ਵੇਖ ਕੇ ਅੰਦਾਜ਼ਾ ਨਾ ਲਾਈਏ ਵੀ ਜੇ ਇੱਥੇ ਕੋਈ ਰਾਜਾ ਹੈ ਤੇ ਰੱਬ ਦੇ ਘਰ ਵੀ ਰਾਜਾ ਹੈ, ਇੱਥੇ ਜੇ ਕੋਈ ਭਿਖਾਰੀ ਹੈ ਤੇ ਰੱਬ ਦੇ ਘਰ ਵੀ ਭਿਖਾਰੀ। ਰੱਬ ਦੀ ਨਜ਼ਰ ਵਿੱਚ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਦਤਾਰ ਜੀ ਨੇ ਕਿਰਪਾ ਕੀਤਾ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਝੌਂਪੜੀ ਵਿੱਚ ਰਹਿਣ ਵਾਲਾ, ਪਾਟੇ ਕੱਪੜਿਆਂ ਵਿੱਚ ਗੁਜ਼ਾਰਾ ਕਰਨ ਵਾਲਾ, ਸੁੱਕੀ ਰੋਟੀ ਖਾਣ ਵਾਲਾ, ਉਹ ਜਿਹੜਾ ਹੈ ਰਾਜਾ ਮੰਨਿਆ ਜਾਂਦਾ ਜੇ ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ। ਤੇ ਜੇ ਕਿਤੇ ਕੋਈ ਮਹੱਲਾਂ ਵਿੱਚ ਰਹਿੰਦਾ ਹੈ, ਧਨ ਦੌਲਤ ਬੇਸ਼ੁਮਾਰ ਹੈ, ਪਰ ਸਾਈਂ ਵਿਸਰਿਆ। ਗੁਰੂ ਸਾਹਿਬ ਕਹਿੰਦੇ ਇਦੋਂ ਵੱਡਾ ਮੰਗਤਾ, ਇਦੋਂ ਵੱਡਾ ਦੁਖੀ, ਇਦੋਂ ਵੱਡਾ ਆਤਰੀ ਕੋਈ ਨਹੀਂ ਜਿਸ ਨੂੰ ਮਾਲਕ ਦਾ ਨਾਮ ਭੁੱਲ ਗਿਆ। ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਕਹਿੰਦੇ ਵਾਸਾ ਝੌਂਪੜੀ ਵਿੱਚ ਹੋਵੇ, ਜਾਤ ਪਾਤ ਲੋਕੀ ਚੰਗੀ ਨਾ ਸਮਝਦੇ ਹੋਣ, ਨਾ ਕੋਈ ਮਿੱਤਰ ਚੰਗਾ ਹੋਵੇ, ਨਾ ਸਾਖ ਸੰਬੰਧੀ ਚੰਗਾ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਪੰਚਮ ਪਾਤਸ਼ਾਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਰਾਜਾ ਹੈ ਸਾਡੀ ਨਜ਼ਰ ਵਿੱਚ, ਰਾਜੇ ਉਹ ਜਿਨ੍ਹਾਂ ਦੇ ਪਾਸ ਦੌਲਤਾਂ ਨੇ, ਪਰ ਗੁਰੂ ਸਾਹਿਬ ਜੀ ਦੀ ਨਜ਼ਰ ਵਿੱਚ ਰਾਜਾ ਉਹ ਜਿਹਦੇ ਪਾਸ ਪਰਮੇਸ਼ਵਰ ਦਾ ਨਾਮ ਹੈ, ਜੋ ਉਹਦੇ ਰੰਗ ਵਿੱਚ ਰੰਗਿਆ ਹੋਇਆ। ਗੁਰੂ ਸਾਹਿਬ ਜੀ ਨੇ ਇੱਕ ਬਾਣੀ ਵਿੱਚ ਹੋਰ ਬਚਨ ਕੀਤੇ ਨੇ। ਫਕੀਰ ਸ਼ਬਦ ਆਪਾਂ ਵਰਤਦੇ ਹਾਂ ਜ਼ਿਆਦਾਤਰ ਉਹਨਾਂ ਲੋਕਾਂ ਲਈ ਜਿਹੜੇ ਰੱਬ ਦੇ ਰਾਹ ਤੇ ਤੁਰੇ ਨੇ, ਪਰ ਹਕੀਕਤ ਵਿੱਚ ਫਕੀਰ ਦਾ ਅਰਥ ਹੁੰਦਾ ਹੈ ਜਿਹੜਾ ਬਿਲਕੁਲ ਆਤੁਰ ਹੈ, ਜਿਹੜੇ ਕੋਲ ਦੁਨੀਆ ਦਾ ਕੁਝ ਵੀ ਨਹੀਂ, ਜਿਹੜਾ ਦੁਨਿਆਵੀ ਤੌਰ ਤੇ ਬੜਾ ਗਰੀਬ ਹੈ, ਨੰਗਾ ਭੁੱਖਾ ਹੈ, ਉਹਨੂੰ ਫਕੀਰ ਕਿਹਾ ਜਾਂਦਾ। ਅਸੀਂ ਜਿਹੜੇ ਰੱਬ ਦੇ ਰਾਹ ਤੇ ਤੁਰਦੇ ਉਹਨੂੰ ਵੀ ਫਕੀਰ ਕਹਿ ਦਿੰਦੇ ਆ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾਤਾ ਜੀ ਕਹਿੰਦੇ ਕਿ ਫਕੀਰ ਅਸਲ ਵਿੱਚ ਉਹ ਨੇ ਜਿਨ੍ਹਾਂ ਕੋਲ ਮਾਲਕ ਦਾ ਨਾਂ ਨਹੀਂ, ਭਾਵ ਉਹ ਮੰਗਤੇ ਨੇ, ਉਹ ਲੋੜਵੰਦ, ਉਹ ਆਤੁਰ ਨੇ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਕਹਿੰਦੇ ਧਨੀ ਲੋਕਾਂ ਨੂੰ ਰਾਜੇ ਨਾ ਸਮਝੋ, ਭਾਵ ਜਿਨ੍ਹਾਂ ਕੋਲ ਦੌਲਤ ਬੇਸ਼ੁਮਾਰ ਹੈ ਪਰ ਰੱਬ ਭੁੱਲਿਆ। ਕਹਿੰਦੇ ਉਹ ਅਸਲ ਵਿੱਚ ਉਹ ਫਕੀਰ ਨੇ। ਫਕੀਰ ਦਾ ਅਰਥ ਉਹ ਮੰਗਤੇ ਨੇ। ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਤੂੰ ਵਸਦਾ ਨਾ, ਉਹ ਗੁਣਾਂ ਦੀ ਖਾਨ ਨੇ, ਗੁਣਾਂ ਦੇ ਖਜ਼ਾਨੇ ਨੇ, ਅਸਲ ਵਿੱਚ ਰਾਜੇ ਹੀ ਉਹ ਨੇ। ਸੋ ਭਾਵ ਕਹਿਣ ਦਾ ਇਹ ਹੈ ਕਿ ਮਾਲਕ ਦੇ ਬੜੇ ਰੰਗ ਨੇ, ਕਿਤੇ ਕੋਈ ਕੈਸਾ ਬਣਾਇਆ, ਕਿਤੇ ਕੋਈ ਕੈਸਾ ਬਣਾਇਆ, ਪਰ ਅਸੀਂ ਅਸਲ ਮੁੱਦੇ ਦੀ ਗੱਲ ਸਤਿਗੁਰਾਂ ਨੇ ਕੀਤੀ ਕਿ ਹਕੀਕਤ ਵਿੱਚ ਪ੍ਰਵਾਨ ਉਹ ਹੈ ਜੋ ਮਾਲਕ ਨੂੰ ਸਦਾ ਸਿਮਰਦੇ ਨੇ। ਇੱਕ ਨਿਹਾਲੀ ਪੈ ਸਵਨ, ਨਿਹਾਲੀ ਦਾ ਅਰਥ ਹੈ ਰਜਾਈਆਂ। ਬੜੀ ਸੋਹਣੀ ਸਤਿਗੁਰਾਂ ਨੇ ਉਦਾਹਰਨ ਦਿੱਤੀ। ਦਾਤਾ ਜੀ ਕਹਿੰਦੇ ਵੇਖੋ ਦੁਨੀਆ ਦੇ ਅੰਦਰ ਬੜੇ ਬੜੇ ਧਨੀ ਲੋਕ ਨੇ, ਸਰਦੀਆਂ ਦੇ ਵਿੱਚ ਗਰਮ ਘਰਾਂ ਵਿੱਚ, ਗਰਮ ਬਸਤਰਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਆਰਾਮ ਦਿੰਦੇ ਨੇ। ਉਹਨਾਂ ਸੁੱਤਿਆਂ ਹੋਇਆਂ ਦੀ ਵਿਚਾਰੇ ਇੱਕ ਡਾਂਗਾ ਪਕੜ ਕੇ, ਹਥਿਆਰ ਪਕੜ ਕੇ ਬਾਹਰ ਠੰਡ ਵਿੱਚ ਖਲੋ ਕੇ ਰਾਖੀ ਕਰਦੇ ਨੇ। ਹੈ ਤਾਂ ਉਹ ਵੀ ਬੰਦੇ ਨਾ, ਜਿਹੜੇ ਅੰਦਰ ਸੁੱਤੇ ਨੇ ਉਹ ਵੀ ਬੰਦੇ ਨੇ, ਇਨਸਾਨ ਨੇ, ਤੇ ਜਿਹੜੇ ਬਾਹਰ ਠੰਡਾਂ ਵਿੱਚ ਠਰ ਰਹੇ ਨੇ ਉਹ ਵੀ ਇਨਸਾਨ ਨੇ। ਪਰ ਕਹਿੰਦੇ ਹਕੀਕਤ ਵਿੱਚ ਬਾਹਰੀ ਫਰਕ ਦੁਨਿਆਵੀ ਤੌਰ ਤੇ ਵੇਖ ਕੇ ਕੋਈ ਇਹ ਨਾ ਕਹੇ ਵੀ ਉਹ ਚੰਗਾ ਇਹ ਮੰਦਾ। ਕਹਿੰਦੇ ਤਿੰਨਾ ਸਵਾਰੈ ਨਾਨਕਾ ਜਿਨ ਕੋ ਨਦਰ ਕਰੇ। ਉਹਦੀ ਨਦਰ ਪਤਾ ਨਹੀਂ ਕਿਦੇ ਤੇ ਹੋ ਜਾਣੀ, ਉਹਦੀ ਨਦਰ ਕੀ ਪਤਾ
ਇੱਕ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਤੇ ਹੋ ਜਾਏ। ਉਹਦੀ ਨਜ਼ਰ ਕੀ ਪਤਾ ਇੱਕ ਗਲੀਆਂ ਦੇ ਵਿੱਚ ਕੱਖ ਚੁਗਣ ਵਾਲੇ ਤੇ ਹੋ ਜਾਏ। ਇਹ ਉਹੀ ਜਾਣਦਾ ਹੈ, ਇਹ ਮਾਲਕ ਦੀ ਖੇਡ ਹੈ, ਮਾਲਕ ਦੀ ਮੌਜ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਉਹਦੇ ਰੰਗ ਨੇ। ਜਿਹੜਾ ਜੁੜਿਆ ਹੋਇਆ ਸਭਾਂ ਨੂੰ ਰੰਗ ਸਮਝਦਾ ਹੈ, ਉਹ ਕਿਸੇ ਵੀ ਕਾਰਜ ਦੇ ਵਿੱਚ ਪਰਮਾਤਮਾ ਦੇ ਕਿੰਤੂ ਨਹੀਂ ਕਰਦਾ ਵੀ ਆਹ ਰੱਬ ਨੇ ਚੰਗਾ ਨਹੀਂ ਕੀਤਾ, ਆਹ ਰੱਬ ਨੇ ਮਾੜਾ ਕਰ ਦਿੱਤਾ ਹੈ, ਆਹ ਰੱਬ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਕਹਿੰਦੇ ਜੁੜਿਆ ਹੋਇਆ ਉਹਦੇ ਰੰਗ ਵਿੱਚ ਕਦੀ ਕਿਸੇ ਵੀ ਕੀਤੇ ਨੂੰ ਮਾੜਾ ਨਹੀਂ ਕਹਿੰਦਾ। ਉਹ ਜੋ ਕੁਝ ਕੀਤਾ ਹੈ ਕਹਿੰਦਾ ਹੈ ਮਾਲਕ ਤੂੰ ਜੋ ਕੀਤਾ ਹੈ ਤੇਰਾ ਕੀਤਾ ਹੋਇਆ ਮੈਨੂੰ ਸਭ ਕੁਝ ਪ੍ਰਵਾਨ ਹੈ। ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ। ਅਗਲੇ ਬਚਨ ਕੀਤੇ। ਕੀਟ ਦਾ ਅਰਥ ਹੈ ਕੀੜੀ, ਛੋਟਾ ਜਿਹਾ ਜੀ। ਹਸਤ ਦਾ ਅਰਥ ਹੁੰਦਾ ਹੈ ਹਾਥੀ, ਬੜਾ ਵੱਡਾ ਜਾਨਵਰ। ਕਹਿੰਦੇ ਉਹ ਮਾਲਕ ਪਰਮਾਤਮਾ ਦੀ ਕਿਰਪਾ, ਉਹਦੀ ਸੱਤਿਆ, ਉਹਦੀ ਸੱਤਾ ਜਿਹੜੀ ਹੈ ਨਿੱਕੇ ਤੋਂ ਨਿੱਕੇ ਕੀਟ ਵਰਗੇ ਜੀਵ ਤੋਂ ਲੈ ਕਰਕੇ ਵੱਡ ਆਕਾਰੀ ਹਾਥੀ ਤੱਕ ਉਹਦੀ ਕਿਰਪਾ ਵਰਤਦੀ ਹੈ। ਚਿੰਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਹੂਬਹੂ ਇਹ ਬਚਨ ਕੀਤੇ ਵੀ ਕੀੜੀ ਤੋਂ ਲੈ ਕੇ ਹਾਥੀ ਤੱਕ। ਇਹ ਨਹੀਂ ਵੀ ਕੀੜੀ ਛੋਟੀ ਹੈ ਤੇ ਉਹਦੇ ਤੇ ਕਿਰਪਾ ਥੋੜੀ ਹੈ ਤੇ ਹਾਥੀ ਵੱਡਾ ਤੇ ਉਹਦੇ ਤੇ ਕਿਰਪਾ। ਆਕਾਰਾਂ ਕਰਕੇ ਨਹੀਂ, ਉਹੀ ਗੱਲ ਵੀ ਕਿਸੇ ਦੇ ਧਨ ਦੌਲਤ ਪਦਾਰਥਾਂ ਕਰਕੇ ਨਹੀਂ। ਕਿਰਪਾ ਮਾਲਕ ਪਰਮਾਤਮਾ ਦੀ ਜਿਹਦੇ ਤੇ ਹੈ ਉਹ ਸੰਪੂਰਨ ਤੌਰ ਤੇ ਹੈ। ਇਸ ਕਰਕੇ ਦਾਤਾ ਜੀ ਕਹਿੰਦੇ ਕੀਟ ਹਸਤ ਪੂਰਨ ਸਭ ਸੰਗਾ। ਉਹ ਸਾਰਿਆਂ ਦੇ ਨਾਲ ਵਸਿਆ ਹੋਇਆ, ਹਰ ਇੱਕ ਦੇ ਨਾਲ ਰਹਿੰਦਾ ਹੈ। ਬਰਤ ਨੇਮ ਤੀਰਥ ਸਹਿਤ ਗੰਗਾ। ਤੇ ਐਸੇ ਮਾਲਕ ਪਰਮਾਤਮਾ ਦੀ ਪ੍ਰਾਪਤੀ ਦੇ ਲਈ, ਉਹਦੇ ਅਨੁਭਵ ਦੇ ਲਈ ਕਈ ਵਿਦਵਾਨਾਂ, ਵਿਚਾਰਵਾਨਾਂ, ਅਨੁਭਵੀ ਲੋਕਾਂ ਨੇ ਨਾ ਕਰਮ ਬਣਾਏ। ਧਾਰਮਿਕ ਕਰਮ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਧਾਰਮਿਕ ਕਰਮ ਕਾਹਦੇ ਲਈ ਕੀਤੇ ਜਾਂਦੇ? ਪਾਠ ਪੂਜਾ, ਸੇਵਾ ਸਿਮਰਨ, ਜਪ ਤਪ, ਤੀਰਥ ਇਸ਼ਨਾਨ, ਵਰਤ ਨੇਮ, ਇਹ ਕਿਸ ਲਈ ਕੀਤੇ ਜਾਂਦੇ? ਹਰ ਧਰਮ ਵਿੱਚ ਕੀਤੇ ਜਾਂਦੇ ਨੇ। ਸਾਰੇ ਧਰਮਾਂ ਨੇ ਆਪੋ ਆਪਣੇ ਪੜਾਅ ਮੰਨੇ ਨੇ। ਹਿੰਦੂ ਧਰਮ ਵਿੱਚ ਮੰਨਿਆ ਜਾਂਦਾ 3 ਪੜਾਅ ਨੇ। ਸਭ ਤੋਂ ਪਹਿਲਾਂ ਕਰਮ ਕਾਂਡ, ਫਿਰ ਉਪਾਸਨਾ ਕਾਂਡ, ਫਿਰ ਗਿਆਨ ਕਾਂਡ। ਇਹ 3 ਕਾਂਡ, ਕਾਂਡ ਦਾ ਅਰਥ ਹੁੰਦਾ ਅਧਿਆਏ। 3 ਪੜਾਅ ਨੇ। ਪਹਿਲਾਂ ਕਰਮ ਕਾਂਡ ਕਰਨਾ ਪੈਂਦਾ, ਭਾਵ ਕਰਮ ਕਰਨੇ, ਜਪ ਤਪ ਕਰਨਾ, ਤੀਰਥ ਵਰਤ ਕਰਨਾ, ਪੂਜਾ ਅਰਚਨਾ ਕਰਨੀ। ਇਹ ਸਨਾਤਨ ਦਾ ਮਤ ਹੈ ਵੀ ਕਰਮ ਕਾਂਡ ਕਰਨਾ ਹੀ ਪਏਗਾ। ਉਸ ਤੋਂ ਬਾਅਦ ਹੈ ਉਪਾਸਨਾ। ਉਪਾਸਨਾ ਦਾ ਅਰਥ ਹੁੰਦਾ ਕੀਰਤੀ ਕਰਨੀ। ਕੀਰਤੀ ਤੋਂ ਬਾਅਦ ਹੈ ਗਿਆਨ ਕਾਂਡ, ਭਾਵ ਜਿੰਨਾ ਚਿਰ ਕਰਮ ਕਾਂਡ ਨਹੀਂ ਮਨੁੱਖ ਕਰਦਾ ਉਹਨਾਂ ਚਿਰ ਉਹਨੂੰ ਕੀਰਤੀ ਦੀ ਸੋਝੀ ਨਹੀਂ ਪੈਂਦੀ। ਜਿੰਨਾ ਚਿਰ ਕੀਰਤੀ ਨਹੀਂ ਕਰਦਾ ਉਹਨਾਂ ਚਿਰ ਉਹਨੂੰ ਗਿਆਨ ਨਹੀਂ ਆਉਂਦਾ। ਸਨਾਤਨ ਦਾ ਮਤ ਹੈ। ਇਸਲਾਮ ਨੇ 4 ਪੜਾਅ ਮੰਨੇ ਨੇ। ਉਹ ਸ਼ਰੀਅਤ ਤੋਂ ਗੱਲ ਸ਼ੁਰੂ ਕਰਦਾ। ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ, 4 ਗੱਲਾਂ ਦੀ ਗੱਲ ਕਰਦਾ ਕਿ ਸਭ ਤੋਂ ਪਹਿਲਾਂ ਸ਼ਰਾ ਵਿੱਚ ਰਹਿਣਾ ਪਏਗਾ। ਸ਼ਰਾ ਕੀ ਹੈ? ਕਰਮ ਕਾਂਡ ਹੀ ਹੈ। ਸੁਨਨਤ ਕਰਵਾਉਣੀ, ਰੋਜ਼ੇ ਰੱਖਣੇ, ਜਗਾਤ ਦੇਣਾ, ਹੱਜ ਕਰਨਾ, ਇਹ ਸ਼ਰੀਅਤ ਹੈ। ਸ਼ਰੀਅਤ ਤੋਂ ਬਾਹਰ ਜਾਏਗਾ ਤੇ ਉਹ ਅੱਲਾ ਨੂੰ ਪਾ ਨਹੀਂ ਸਕਦਾ। ਸ਼ਰੀਅਤ ਤੋਂ ਬਾਅਦ ਫਿਰ ਤਰੀਕਤ ਹੈ, ਭਾਵ ਉਹਦੇ ਅੰਦਰ ਜਾਣਕਾਰੀ ਲਈ ਚਾਹ ਪੈਦਾ ਹੁੰਦਾ ਵੀ ਆ ਮੈਂ ਕਿਉਂ ਕਰ ਰਿਹਾ, ਇਹਦਾ ਮਕਸਦ ਕੀ ਹੈ, ਤਰਕ ਪ੍ਰਦਾਨ ਹੋ ਜਾਂਦਾ ਹੈ। ਫਿਰ ਕਹਿੰਦੇ ਮਾਰਫਤ, ਭਾਵ ਉਹਦੇ ਅੰਦਰ ਪਿਆਰ ਚਾਹ ਪੈਦਾ ਹੋਣ ਲੱਗ ਜਾਂਦਾ ਹੈ। ਤੇ ਚੌਥਾ ਹਕੀਕਤ, ਹੱਕ ਨਾਲ ਜੁੜ ਜਾਂਦਾ। ਹੱਕ ਨਾਮ ਖੁਦਾ ਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਸਿੱਖ ਨੂੰ ਇਹ ਪੜਾਅ ਦਿੱਤੇ ਨੇ। ਜੋ ਅਸੀਂ ਲਾਵਾਂ ਦਾ ਪਾਠ ਕਰਦੇ ਹਾਂ 4 ਪੜਾਅ ਦੇਖਦੇ ਹਾਂ ਅਸੀਂ। ਉਹ 4 ਪੜਾਵਾਂ ਦੇ ਅੰਦਰ ਜੀਵ ਦੀ ਅਵਸਥਾ ਹੀ ਹੈ ਕਿ ਪ੍ਰਵਿਰਤੀ ਕਰਮ ਹੈ। ਪਹਿਲਾਂ ਸਭ ਤੋਂ ਪਹਿਲਾਂ ਕਰਮ ਕਰਨੇ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਇਹ ਕਰਮ ਹਨ। ਅਸਲ ਵਿੱਚ ਇਹ ਕਰਮ ਪ੍ਰਭੂ ਦੀ ਪ੍ਰਾਪਤੀ ਲਈ ਨਹੀਂ, ਅਸਲ ਵਿੱਚ ਇਹ ਕਰਮ ਆਪੇ ਦੀ ਸ਼ੁੱਧਤਾ ਦੇ ਲਈ ਨੇ। ਜਦੋਂ ਅਸੀਂ ਆਪਣੇ ਆਪ ਨੂੰ ਸ਼ੁੱਧ ਕਰ ਲਵਾਂਗੇ, ਆਪਣੇ ਆਪ ਨੂੰ ਨਿਰਮਲ ਕਰ ਲਵਾਂਗੇ, ਪ੍ਰਭੂ ਦੀ ਪ੍ਰਾਪਤੀ ਕਰਮਾਂ ਦੇ ਆਧਾਰ ਤੇ ਨਹੀਂ ਹੁੰਦੀ, ਪ੍ਰਭੂ ਦੀ ਪ੍ਰਾਪਤੀ ਕਿਰਪਾ ਦੇ ਆਧਾਰ ਤੇ ਹੁੰਦੀ ਹੈ। ਪਰ ਕਰਮ ਕਰਨੇ ਬੜੇ ਜ਼ਰੂਰੀ ਨੇ ਕਿਉਂਕਿ ਆਪਣੀ ਸ਼ੁੱਧਤਾ ਤੋਂ ਬਿਨਾਂ ਕਿਰਪਾ ਨਹੀਂ। ਜਦੋਂ ਕੋਈ ਤਿਆਰ ਹੋ ਕੇ, ਜਦੋਂ ਕੋਈ ਪੂਰਾ ਪਾਤਰ ਬਣ ਕੇ ਪ੍ਰਭੂ ਦੇ ਦਰ ਤੇ ਆਉਂਦਾ ਹੈ, ਫਿਰ ਪ੍ਰਭੂ ਦੇ ਤੇ ਕਿਰਪਾ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਇਸ ਨੂੰ ਬਿਆਨ ਕੀਤਾ, ਬੜੇ ਪਿਆਰੇ ਬਚਨ ਨੇ ਉਹਨਾਂ ਦੇ। ਕਹਿੰਦੇ ਜਿਵੇਂ ਘਰ ਦੇ ਅੰਦਰ ਬੱਚੀਆਂ ਜਨਮ ਲੈਂਦੀਆਂ ਨੇ, ਆਂਢ ਗੁਆਂਢ ਵਿੱਚ ਚਾਚੇ ਤਾਇਆਂ ਦੀਆਂ ਬੇਟੀਆਂ ਬੱਚੀਆਂ ਜਨਮ ਲੈਂਦੀਆਂ, ਇਕੱਠੀਆਂ ਜਨਮ ਲੈਂਦੀਆਂ। ਕਿਸੇ ਦਾ 2 ਦਿਨ ਪਹਿਲਾਂ, ਕਿਸੇ ਦਾ 4 ਦਿਨ ਪਹਿਲਾਂ, ਕਿਸੇ ਦਾ 10 ਦਿਨ ਪਹਿਲਾਂ ਉਹਨਾਂ ਦਾ ਜਨਮ ਹੋਇਆ। ਕੁੜੀਆਂ ਚਿੜੀਆਂ ਦਾ ਜਨਮ ਹੋਇਆ, ਇਕੱਠੀਆਂ ਖੇਡੀਆਂ, ਇਕੱਠੀਆਂ ਜਵਾਨ ਹੋਈਆਂ।
ਕਹਿਣ ਲੱਗੇ ਜਦੋਂ ਇਕੱਠੀਆਂ ਵਿਆਹਣ ਯੋਗ ਹੋ ਗਈਆਂ, ਪਰ ਸਾਰਿਆਂ ਦਾ ਵਿਆਹ ਇਕੱਠਾ ਨਹੀਂ ਹੁੰਦਾ। ਜਿਵੇਂ ਜਿਵੇਂ ਯੋਗ ਵਰ ਲੱਭਦਾ ਹੈ, ਉਵੇਂ ਉਵੇਂ ਉਹਨਾਂ ਨੂੰ ਮਾਪੇ ਜਿਹੜੇ ਨੇ ਆਪੋ ਆਪਣੇ ਘਰਾਂ 'ਚ ਤੋਰ ਦਿੰਦੇ ਨੇ। ਪਰ ਜਦੋਂ ਉਹ ਵਰ ਦੇ ਯੋਗ ਹੋ ਜਾਂਦੀਆਂ ਨੇ, ਫਿਰ ਉਹਨਾਂ ਲਈ ਵਰ ਲੱਭੇ ਜਾਂਦੇ ਨੇ, ਤੇ ਜਿਹਦੇ ਜਿਹਦੇ ਭਾਗ ਜੈਸਾ ਜੈਸਾ ਵਰ ਲੱਭਦਾ ਹੈ, ਟੋਲਿਆ ਜਾਂਦਾ, ਘਰ ਉਹਨਾਂ ਨੂੰ ਤੋਰ ਦਿੱਤਾ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਸਤ ਸੰਗੀ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਨਾ, ਉਹ ਇਕੱਠੀਆਂ ਸਤ ਸੰਗਤ ਵਿੱਚ ਆਉਂਦੀਆਂ ਨੇ, ਇੱਥੇ ਸੇਵਾ ਸਿਮਰਨ ਕਰਮ ਕਰਕੇ ਆਪਣੇ ਆਪ ਨੂੰ ਪਰਮਾਤਮਾ ਦੇ ਮਿਲਾਪ ਦੇ ਯੋਗ ਜੀਵ ਬਣਾਉਂਦਾ ਹੈ। ਤੇ ਜਦੋਂ ਗੁਰੂ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਫਿਰ ਜਿਵੇਂ ਜਿਵੇਂ ਜਿਸ ਦੇ ਕਰਮ ਭਾਗ ਬਣਦੇ ਜਾਂਦੇ ਨੇ, ਉਹ ਮਾਲਕ ਦੇ ਨਾਲ ਪਰਨਾਈ ਜਾਂਦੀ ਹੈ ਜੀਵ ਇਸਤਰੀ। ਭਾਵ ਕਹਿਣ ਤੋਂ ਹੈ ਕਿ ਕਰਮਾਂ ਦਾ ਕਰਨਾ ਆਪਣੀ ਸ਼ੁੱਧਤਾ ਲਈ, ਆਪਣੇ ਅੰਤःਕਰਨ ਨੂੰ ਸ਼ੁੱਧ ਕਰਨ ਦੇ ਲਈ ਅਸੀਂ ਧਰਮ ਦੇ ਕਰਮ ਕਰਦੇ ਹਾਂ। ਤੇ ਜੇ ਧਰਮ ਦੇ ਕਰਮ ਕਰਦੇ ਬੰਦਾ ਜਿਹੜਾ ਹੋਰ ਮਲੀਨ ਹੋ ਜਾਏ, ਵੀ ਮੇਰੀ ਸੇਵਾ ਹੈ, ਮੈਂ ਹਉਮੈ ਵਿੱਚ ਆ ਗਿਆ, ਸਿਮਰਨ ਹੈ ਹਉਮੈ ਵਿੱਚ ਆ ਗਿਆ, ਵਰਤ ਨੇਮ ਰੱਖੇ ਹਉਮੈ ਵਿੱਚ ਆ ਗਿਆ, ਸੋ ਗੁਰੂ ਸਾਹਿਬ ਕਹਿੰਦੇ ਇਹ ਕਰਮ ਜਿਹੜੇ ਨੇ ਫਿਰ ਰੁਕਾਵਟ ਬਣ ਜਾਂਦੇ ਨੇ। ਵਰਤ ਨੇਮ ਤੀਰਥ ਸਹਿਤ ਗੰਗਾ, ਜਲ ਹੋਏਵਤ ਭੂਖ ਅਰਨੰਗਾ। ਕਹਿੰਦੇ ਕਈ ਲੋਕਾਂ ਨੇ ਐਸੇ ਕਰਮ ਕੀਤੇ ਪ੍ਰਭੂ ਦੀ ਪ੍ਰਾਪਤੀ ਲਈ, ਵਰਤ ਰੱਖੇ ਤੀਰਥਾਂ ਤੇ, ਗੰਗਾ ਸਹਿਤ ਤੀਰਥਾਂ ਤੇ, ਗੰਗਾ ਵਰਗੇ ਵੱਡੇ ਤੀਰਥਾਂ ਤੇ ਇਸ਼ਨਾਨ ਕਰਨੇ, ਜਲ ਹੇਵਤ ਜਲ ਧਾਰੇ ਕਰਨੇ, ਭਾਵ ਪਾਣੀ ਵਿੱਚ ਖਲੋ ਕੇ ਹੱਠ ਕਰਨਾ, ਭੂਖ ਅਰਨੰਗਾ ਭੁੱਖੇ ਰਹਿ ਕਰਕੇ ਸਾਧਨਾ ਕਰਨੀ, ਬਸਤਰਾਂ ਤੋਂ ਹੀਣੇ ਹੋ ਕਰਕੇ ਨੰਗੇ ਹੋ ਕਰਕੇ ਸਾਧਨਾ, ਭਾਵ ਤਨ ਤੇ ਠੰਡ ਗਰਮੀ ਸਰਦੀ ਕਿਸੇ ਤਰ੍ਹਾਂ ਦੀ ਪਰਵਾਹ ਨਾ ਹੋਵੇ, ਬਿਲਕੁਲ ਆਪਣੇ ਆਪ ਨੂੰ ਨਾਂਗੇ ਬਣਾ ਲੈਣੇ। ਇਹ ਵੀ ਪਰੰਪਰਾਵਾ ਹੈ, ਕਈ ਕਈ ਰੰਗਾਂ ਦੀਆਂ ਪਰੰਪਰਾਵਾਂ ਨੇ, ਕੋਈ ਸੀਤੰਬਰ ਹੈ, ਕੋਈ ਪੀਤੰਬਰ ਹੈ, ਕੋਈ ਨੀਲੰਬਰ ਹੈ, ਭਾਵ ਕੋਈ ਨੀਲੇ ਵਸਤਰ ਧਾਰਨ ਕਰਦਾ ਹੈ, ਕੋਈ ਪੀਲੇ ਧਾਰਦਾ ਹੈ, ਕੋਈ ਚਿੱਟੇ ਧਾਰਦਾ ਹੈ, ਕੋਈ ਕਾਲੇ ਧਾਰਦਾ, ਤੇ ਕੋਈ ਬਿਲਕੁਲ ਵੀ ਅਲਫ ਨੰਗਾ ਵੀ ਰਹਿੰਦਾ, ਉਹ ਵੀ ਕਹਿੰਦਾ ਵੀ ਮੈਂ ਮਾਲਕ ਦੀ ਮੌਜ ਵਿੱਚ ਹਾਂ। ਹਰ ਕੋਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਖੱਲੜੀ ਖੱਪਰੀ ਲੱਕੜੀ ਧੋਤੀ ਸਿੱਖਾ ਸੂਤ ਧੋਤੀ ਕੀਨੀ, ਕਹਿੰਦੇ ਆਪੋ ਆਪਣੇ ਰੂਪ ਦੇ ਅੰਦਰ ਵਾਹਿਗੁਰੂ ਤਉ ਕਾਰਨ ਸਾਹਿਬਾ ਤੇਰੀ ਪ੍ਰਾਪਤੀ ਦੇ ਲਈ ਕਈ ਤਰ੍ਹਾਂ ਦੇ ਜੀਵ ਜਿਹੜਾ ਹੈ ਉਹ ਕਰਮ ਕਰਦਾ। ਤਉ ਕਾਰਨ ਸਾਹਿਬਾ ਰੰਗ ਰੱਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿ ਨਾ ਜਾਈ ਤੇਰੇ ਗੁਣ ਕੀਤੇ, ਕਿ ਤੇਰੇ ਗੁਣਾਂ ਨੂੰ ਤੇਰੇ ਆਕਾਰਾਂ ਨੂੰ ਤੇਰੇ ਫਿਰਕਿਆਂ ਨੂੰ ਜਾਣਿਆ ਨਹੀਂ ਜਾ ਸਕਦਾ। ਸਭ ਕੋਈ ਕਰਮ ਕਰ ਰਿਹਾ ਹੈ। ਪੂਜਾ ਚਾਰ ਕਰਤ ਮੇਲੰਗਾ, ਮੇਲੰਗਾ ਭਾਵ ਆਪਣੇ ਅੰਗਾਂ ਨੂੰ ਮੇਲ ਕੇ ਚੌਂਕੜੇ ਮਾਰ ਕੇ ਸਾਧਨਾ ਕਰਦਾ ਹੈ, ਕੋਈ ਪੂਜਾ ਆਚਾਰ ਕਰਦਾ, ਪੂਜਾ ਦੀ ਵਿਧੀ ਕਰਦਾ ਹੈ। ਚੱਕਰ ਕਰਮ ਤਿਲਕ ਖਾਟੰਗਾ, ਕਈ ਆਪਣੇ ਸਰੀਰ ਤੇ ਖਾਟੰਗਾ ਖੱਟ ਅੰਗਾਂ ਤੇ 6 ਅੰਗਾਂ ਤੇ ਤਿਲਕ ਲਾਉਂਦਾ ਹੈ। ਜਿਹੜੇ ਤਿਲਕ ਲਾਉਣ ਵਾਲੇ ਨੇ ਨਾ, ਤਿਲਕ ਵੀ ਆਪੋ ਆਪਣੇ ਧਰਮ ਦੇ ਆਪੋ ਆਪਣੀ ਸੰਪਰਦਾ ਦੇ ਵੱਖੋ ਵੱਖਰੇ ਨੇ। 6 ਅੰਗਾਂ ਤੇ ਤਿਲਕ ਲਾਏ ਜਾਂਦੇ ਨੇ, 2 ਲੱਤਾਂ ਤੇ, 2 ਬਾਹਾਂ ਤੇ, 1 ਛਾਤੀ ਤੇ, 1 ਮਸਤਕ ਤੇ, 6 ਅੰਗ ਬਣਦੇ ਨੇ। 6 ਅੰਗ ਖੱਟ ਚੱਕਰ ਭਾਵ ਖੱਟ ਚੱਕਰ ਬਣਾਏ ਜਾਂਦੇ ਨੇ, 6 ਚੱਕਰ ਬਣਾਏ ਜਾਂਦੇ। ਖੱਟ ਨਾਮ 6 ਦਾ ਹੈ। ਕੋਈ ਕਿਸੇ ਦਾ ਤਿਲਕ ਲਾਂਦਾ ਹੈ, ਕੋਈ ਕੈਸਾ ਤਿਲਕ ਲਾਂਦਾ ਹੈ, ਕੋਈ ਸਾਲਗ੍ਰਾਮ ਦੀ ਪੂਜਾ ਕਰਦਾ ਹੈ, ਕੋਈ ਸ਼ਿਵ ਦੀ ਪੂਜਾ ਕਰਦਾ ਹੈ, ਕੋਈ ਵਿਸ਼ਨੂੰ ਦੀ ਪੂਜਾ ਕਰਦਾ ਹੈ। ਦੇਵਤਿਆਂ ਦੇ ਆਪੋ ਆਪਣੇ ਚੱਕਰ ਨੇ, ਆਪੋ ਆਪਣੇ ਵਰਤ ਨੇ, ਆਪੋ ਆਪਣੇ ਦਿਨ ਨੇ, ਆਪੋ ਆਪਣੇ ਫਲ ਨੇ। ਪਰ ਗੁਰੂ ਸਾਹਿਬ ਕਹਿੰਦੇ ਵੀ ਉਸ ਪਰਮੇਸ਼ਵਰ ਨੂੰ ਲੋਕਾਂ ਨੇ ਭੁਲਾ ਦਿੱਤਾ। ਇਹਨਾਂ ਕਰਮ ਕਾਂਡਾਂ ਦਾ ਮਕਸਦ ਸੀ ਕਿ ਪ੍ਰਭੂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਸ਼ੁੱਧੀਕਰਨ ਕਰਨਾ, ਪਰ ਆਪਣੀ ਸ਼ੁੱਧੀ ਤਾਂ ਕੀ, ਬਿਲਕੁਲ ਹੀ ਉਸ ਮਾਰਗ ਤੋਂ ਥਿੜਕ ਗਏ ਵੀ ਇਹ ਕਰਮ ਹੈ ਕਾਦੇ ਲਈ, ਇਹ ਮੈਂ ਕਿਉਂ ਕਰ ਰਿਹਾ ਵਾਂ। ਦਰਸ਼ਨ ਭੇਟੇ ਬਿਨ ਸਤ ਸੰਗਾ, ਕਹਿੰਦੇ ਪ੍ਰਭੂ ਦੀ ਪ੍ਰਾਪਤੀ ਇਹਨਾਂ ਕਰਮਾਂ ਨਾਲ ਨਹੀਂ ਹੁੰਦੀ ਜਿੰਨਾ ਚਿਰ ਸਤ ਸੰਗਤ ਨਹੀਂ ਕਰਦਾ ਜੀ। ਸਤ ਸੰਗਤ ਤੋਂ ਬਿਨਾ ਉਸ ਪਰਮਾਤਮਾ ਦੇ ਦੀਦਾਰ ਨਹੀਂ ਹੁੰਦੇ। ਭਾਵੇਂ ਜਿਤਨਾ ਮਰਜੀ ਕੋਈ ਸ਼ਾਸਤਰਾਂ ਦਾ ਰਟਨ ਕਰੀ ਜਾਏ, ਵਰਤ ਨੇਮ ਕਰੀ ਜਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਨਾ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਗੁਰੂ ਸਾਹਿਬ ਕਹਿੰਦੇ ਭਾਵੇਂ ਬਣ ਵਿੱਚ ਫਿਰਦਾ ਰਹੇ, ਭਾਵੇਂ ਜਾਪ ਤਾਪ ਗਿਆਨ ਕਰਦਾ ਰਹੇ, ਸਰੀਰ ਕਟਾਏ ਹਉਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਕਹਿੰਦੇ ਇਹ ਕਰਮ ਜਿੰਨੇ ਮਰਜੀ ਕੋਈ ਕਰਦਾ ਰਹੇ, 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਿਕ ਅਸਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨਾ ਜਾਵੇ। ਕਹਿੰਦੇ ਆਪਣੇ ਸਰੀਰ ਨੂੰ
ਭਾਵੇਂ ਅਗਨ ਵਿੱਚ ਉਹਦਾ ਯੱਗ ਕਰਦੇ, ਹਵਨ ਕਰਦੇ, ਆਪਣੇ ਸਰੀਰ ਨੂੰ ਬੇਰਾ ਬੇਰਾ ਕਟਾ ਦੇ, ਪਰ ਫਿਰ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਜੇ ਇਹ ਸਾਰਾ ਕੁਝ ਹੋਂ ਵਸ ਹੋ ਰਿਹਾ, ਵੀ ਮੈਂ ਕਰ ਰਿਹਾ ਵਾਂ, ਮੇਰੇ ਕੀਤਿਆਂ ਇਹ ਕਰਮ ਜਿਹੜੇ ਨੇ ਮੇਰੇ ਹੀ ਹੋਣਗੇ, ਮੈਂ ਹੀ ਵੱਡੀ ਹੋਏਗੀ। ਬੜੇ ਬੜੇ ਰਿਸ਼ੀ, ਬੜੇ ਬੜੇ ਤਪੀ, ਬੜੇ ਬੜੇ ਜੋਗੀ, ਉਹਨਾਂ ਕੋਲ ਬਹੁਤ ਕੁਝ ਆ ਗਿਆ ਸੀ, ਰਿੱਧੀਆਂ ਸਿੱਧੀਆਂ ਆ ਗਈਆਂ, ਪਰ ਪ੍ਰਭੂ ਦੀ ਪ੍ਰਾਪਤੀ ਉਹ ਬਹੁਤ ਕੋਹਾਂ ਦੂਰ, ਕਿਉਂਕਿ ਇਹ ਰਿੱਧੀਆਂ ਸਿੱਧੀਆਂ ਵੀ ਸੰਸਾਰੀ ਦੌਲਤ ਵਰਗੀਆਂ ਨੇ, ਸਗੋਂ ਇਹਨਾਂ ਤੋਂ ਵੀ ਜ਼ਿਆਦਾ ਖਤਰਨਾਕ। ਦੁਨਿਆਵੀ ਦੌਲਤ, ਦੁਨਿਆਵੀ ਮਾਇਆ ਤੇ ਰੱਬ ਤੇ ਰਾਹ ਵਿੱਚ ਰੁਕਾਵਟ ਹੈ ਹੀ ਹੈ, ਪਰ ਜਿਹੜੀ ਰੱਬ ਦੇ ਰਾਹ ਵਿੱਚ ਅਧਿਆਤਮਕ ਮਾਇਆ ਹੈ ਨਾ, ਜਿਹੜੀ ਆਤਮਿਕ ਤੌਰ ਦੀ ਜਿਹੜੀ ਮਾਇਆ ਚਿਮੜਦੀ ਹੈ, ਉਹਦੇ ਅੱਗੇ ਤੇ ਦੁਨੀਆ ਦੀ ਮਾਇਆ ਕੁਝ ਵੀ ਨਹੀਂ। ਉਹ ਬਹੁਤ ਭਿਆਨਕ ਹੈ, ਬਹੁਤ ਖਤਰਨਾਕ ਹੈ, ਤੇ ਦੁਨੀਆ ਦੇ ਬਹੁਤ ਲੋਕ ਬਸ ਉਸ ਮਾਇਆ ਦੇ ਅੰਦਰ, ਮਾਇਆ ਦੇ ਜਾਲ ਵਿੱਚ ਹੀ ਫਸ ਜਾਂਦੇ ਨੇ, ਰਿੱਧੀਆਂ ਸਿੱਧੀਆਂ, ਪੂਜਾ ਦੇ ਅੰਦਰ, ਆਪਣੀ ਸ਼ੋਭਾ ਦੇ ਅੰਦਰ। ਤੇ ਗੁਰੂ ਸਾਹਿਬ ਕਹਿੰਦੇ ਵੀ ਉਹ ਪਰਮਾਤਮਾ ਦੇ ਰਾਹ ਤੋਂ ਥਿੜਕ ਜਾਂਦੇ ਨੇ। ਹੱਠ ਨਿਗ੍ਰਹਿ ਅਤ ਰਹਿਤ ਬਿਟੰਗਾ, ਕਹਿੰਦੇ ਹੱਠ ਕਰਦਾ ਹੈ, ਘਰ ਤੋਂ ਬਾਹਰ ਰਹਿੰਦਾ ਹੈ, ਨਿਗ੍ਰਹਿ ਕਰਦਾ ਹੈ, ਭਾਵ ਆਪਣੇ ਘਰ ਨੂੰ, ਪਰਿਵਾਰ ਨੂੰ ਤਿਆਗ ਕੇ ਬਿਲਕੁਲ ਉਦਾਸ ਹੋ ਜਾਂਦਾ ਹੈ, ਬਿਲਕੁਲ ਅਤੀਤ ਬਣ ਜਾਂਦਾ ਹੈ, ਪਰ ਜਿਸ ਕਾਰਜ ਲਈ ਬਣਿਆ ਸੀ ਉਹ ਕੀਤਾ ਹੀ ਨਹੀਂ। ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡੀ, ਪਾਪੀ ਮਨ ਮੰਦਾ। ਬਾਬਾ ਕਬੀਰ ਜੀ ਕਹਿੰਦੇ ਘਰ ਛੱਡੇ ਬੰਦੇ ਨੇ ਵੀ ਮੈਂ ਰੱਬ ਨੂੰ ਮਿਲਣਾ ਹੈ, ਵਿਕਾਰ ਮੈਨੂੰ ਬੜਾ ਤੰਗ ਕਰਦੇ ਨੇ, ਹਉਮੈ ਮੈਨੂੰ ਬੜੀ ਤੰਗ ਕਰਦੀ ਹੈ, ਪਰ ਉੱਥੇ ਜਾ ਕਰਕੇ ਹੋਰ ਤੰਗ ਕਰਨ ਲੱਗੀ। ਤੈ ਨਰ ਕਿਆ ਪ੍ਰਾਣ ਸੁਨ ਕੀਨਾ, ਅੰਨ ਭਾਵਨੀ ਭਗਤ ਨਾ ਉਪਜੀ, ਭੂਖੈ ਦਾਨ ਨਾ ਦੇਨਾ। ਦਾਤਾ ਜੀ ਕਹਿੰਦੇ ਵੀ ਕੀ ਕੀਤਾ ਤੂੰ ਪ੍ਰਾਣਾਂ ਨੂੰ ਸੁਣ ਕੇ, ਬਾਣੀ ਨੂੰ ਸੁਣ ਕੇ, ਸੇਵਾ ਕਰਕੇ, ਨਾ ਤੇਰੇ ਅੰਦਰ ਭਾਵਨਾ ਪੈਦਾ ਹੋਈ, ਨਾ ਤੇਰੇ ਅੰਦਰ ਕਿਸੇ ਪ੍ਰਤੀ ਦਇਆ ਪੈਦਾ ਹੋਈ, ਨਾ ਤੇਰੇ ਅੰਦਰ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਵਿਸਰਿਓ, ਨਾ ਲੋਭ ਵਿਸਰਿਆ, ਨਾ ਕਾਮ ਵਿਸਰਿਆ, ਨਾ ਕ੍ਰੋਧ ਵਿਸਰਿਆ, ਫਿਰ ਤੇਰੇ ਧਾਰਮਿਕ ਬਣਨ ਦਾ ਫਾਇਦਾ ਕੀ ਹੋਇਆ? ਮਕਸਦ ਕੀ ਹੈ ਤੇਰੇ ਧਰਮ ਦਾ ਚੋਗਾ ਪਾਣ ਦਾ? ਮਤਲਬ ਕਿ ਦੁਨੀਆ ਨੂੰ ਠੱਗਣ ਦਾ, ਦੁਨੀਆ ਨੂੰ ਵਰਗਲਾਉਣ ਦਾ। ਜੇ ਤੇਰੇ ਅੰਦਰੋਂ ਇਹ ਚੀਜ਼ਾਂ ਦਾ ਜੀਵਨ ਦੇ ਵਿੱਚੋਂ ਮਨਫੀ ਨਹੀਂ ਹੋਈਆਂ, ਫਿਰ ਧਰਮ ਦੇ ਕਾਰਜਾਂ ਦਾ ਕੋਈ ਮਕਸਦ ਨਹੀਂ। ਗੁਰੂ ਸਾਹਿਬ ਕਹਿੰਦੇ ਭਾਵੇਂ ਹੱਠ ਕੀਤੇ ਹੋਣ, ਹੱਠੀ ਬਣ ਕੇ ਜਪ ਤਪ ਕੀਤੇ ਹੋਣ, ਜਲ ਧਾਰੇ ਕੀਤੇ ਹੋਣ, ਭਾਵੇਂ ਕਈ ਤਰ੍ਹਾਂ ਦੇ ਨਕਲ ਘਰ ਤਿਆਗ ਕਰਕੇ ਰਹਿੰਦਾ ਹੋਵੇ, ਹਉ ਰੋਗ ਵਿਆਪੈ ਚੁੱਕੈ ਨਾ ਭੰਗਾ। ਕਹਿੰਦੇ ਇਹਦੇ ਨਾਲ ਕੀ ਹੁੰਦਾ? ਹਉਮੈ ਹੀ ਵਿਆਪਦੀ ਹੈ, ਹਉਮੈ ਹੀ ਵੱਡੀ ਹੁੰਦੀ ਹੈ, ਮੈਂ ਹੀ ਵੱਡੀ ਹੁੰਦੀ ਹੈ। ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ, ਤੇ ਜੀਵਨ ਜਿਹੜਾ ਹੈ ਉਸੇ ਤਰ੍ਹਾਂ ਕਾਮ ਵਿੱਚ, ਕ੍ਰੋਧ ਵਿੱਚ, ਤ੍ਰਿਸ਼ਨਾ ਵਿੱਚ ਜਰਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ ਜੀਵ, ਜਿਵੇਂ ਆਮ ਸੰਸਾਰੀ ਸੜਦਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਐਸੇ ਸੰਨਿਆਸੀਆਂ ਦੇ ਬਾਬਤ ਤੇ ਵੀ ਲਿਖਿਆ ਹੈ ਕਿ ਗ੍ਰਹਿ ਛੱਡ ਕੇ ਜਦੋਂ ਅਤੀਤ ਹੋ ਜਾਂਦੇ ਨਾ, ਹੋਏ ਅਤੀਤ ਸਦਾ ਮੈਂ ਉਦਾਸੀ, ਗ੍ਰਿਸ਼ਤੀ ਦੇ ਵੱਧ ਮਨ ਦੌ ਲਾਗੀ। ਦੌ ਦਾ ਅਰਥ ਹੈ ਅੰਦਰ ਦੀ ਤ੍ਰਿਸ਼ਨਾ, ਅੰਦਰ ਦੀ ਡੰਝ ਜਿਹੜੀ ਉਹ ਵੱਧ ਲੱਗ ਜਾਂਦੀ। ਉਹੀ ਪੰਚਮ ਪਾਤਸ਼ਾਹ ਜੀ ਕਹਿੰਦੇ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ, ਵੀ ਕਾਮ ਵਿੱਚ, ਕ੍ਰੋਧ ਵਿੱਚ, ਤ੍ਰਿਸ਼ਨਾ ਵਿੱਚ ਮਨ ਉਸੇ ਤਰ੍ਹਾਂ ਹੀ ਸੜਦਾ ਹੈ ਜਿਵੇਂ ਸੰਸਾਰ ਵਿੱਚ ਰਹਿੰਦਿਆਂ ਸੜਦਾ ਸੀ। ਹੱਠ ਤਪ ਕਰਮ ਕਰਦਿਆਂ ਵੀ ਉਦੋਂ ਵੱਧ ਅੰਦਰ ਸੜਦਾ ਹੈ, ਉਦੋਂ ਵੱਧ ਇਹ ਵਿਕਾਰ ਤੰਗ ਕਰਦੇ ਨੇ। ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਫਿਰ ਦਾਤਾ ਜੀ ਕਹਿੰਦੇ ਮੁਕਤ ਕਿਵੇਂ ਹੋਵੇ ਇਨਸਾਨ? ਜੇ ਵਰਤਾਂ ਨਾਲ, ਤੀਰਥਾਂ ਨਾਲ, ਕਰਮ ਕਾਂਡਾਂ ਨਾਲ ਜੀਵ ਮੁਕਤ ਨਹੀਂ ਹੁੰਦਾ, ਉਹਦੇ ਦੀਦਾਰ ਨਹੀਂ ਹੁੰਦੇ, ਤੇ ਫਿਰ ਕੌਣ ਕਰਾ ਸਕਦਾ ਹੈ ਦੀਦਾਰ? ਅਖੀਰ ਸਤਿਗੁਰੂ ਜੀ ਕਹਿੰਦੇ ਉਹੀ ਜੀਵ ਮੁਕਤ ਹੋ ਸਕਦਾ ਬੰਧਨਾਂ ਤੋਂ, ਵਿਕਾਰਾਂ ਤੋਂ, ਜਿਸ ਨੂੰ ਚੰਗਾ ਗੁਰੂ ਮਿਲ ਗਿਆ, ਸ੍ਰੇਸ਼ਟ ਗੁਰੂ ਮਿਲ ਗਿਆ ਹੈ, ਭਾਵ ਜੋ ਸ਼ਬਦ ਗੁਰੂ ਦੇ ਲੜ ਲੱਗ ਗਿਆ ਹੈ, ਜਿਸ ਨੂੰ ਸ਼ਬਦ ਗੁਰੂ ਦੀ ਸੋਝੀ ਆ ਗਈ ਹੈ, ਜੋ ਆਪਣੇ ਗੁਰੂ ਵਾਲਾ ਬਣ ਗਿਆ। ਉਹ ਗੁਰੂ ਹੀ ਹੈ ਜਿਹੜਾ ਪ੍ਰੇਤੋਂ ਵੀ, ਮਨੁੱਖਾਂ ਨੂੰ ਵੀ, ਪ੍ਰੇਤਾਂ ਨੂੰ ਵੀ ਇੱਕ ਦੇਵਤਿਆਂ ਦੀ ਨਿਆਈ ਬਣਾ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਐਸੇ ਗੁਰੂ ਤੋਂ ਬਾਰਨੇ ਬਲਿਹਾਰਨੇ ਜਾਈਏ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਹੀ ਹੈ ਜੋ ਮੁਕਤ ਕਰ ਦਿੰਦਾ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸ਼ਬਦ ਦੀ ਵਿਚਾਰ ਕਰਦੇ ਆ, ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ੀਯੋਗ ਨੇ, ਬਖਸ਼ ਲੈਣਗੇ। ਪਿਆਰ ਸਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।